सतनाम श्री वाहिगुरु साहिब जीओ। सतनाम श्री वाहिगुरु साहिब जीओ। ज्ञान खंड मह ज्ञान प्रचंड, तिथै नाद विनोद कोड़े आनंद। सरम खंड की बाणी रूप, तिथै घाड़त घड़िया बहुत अनूप। ताकिया गल्ला कथियां न जाहे, जे को कहे पिछे पछताहे। वाहिगुरु जी का खालसा, वाहिगुरु जी की फतेह। गुरु प्यारे गुरु सवारे सतसंगी जनो, धन धन साहिब श्री गुरु नानक देव महाराज जी दे नाल सिद्धां दी विचार चर्चा हो रही है अते परमेश्वर दा जानकारी लैण वास्ते अनेकां तरह दे बचन जो सिद्धा ने पुछने कीते, धन धन श्री गुरु नानक देव महाराज जी ने उन्हां दा जवाब दिता। तो अगे 36वीं पौड़ी आरंभ करते हैं। धन धन श्री गुरु नानक देव जी महाराज ज्ञान खंड में ज्ञान प्रचंड। ते अगे गल चलती है सरम खंड की। सिद्धां नूं सतगुर बख्शिश करते हुए दसदे हन, सिद्धो जदों कोई जग्यासू नाम दा रसिया ज्ञान खंड विच पहुँचदा है तां उत्थे जिहड़ा ज्ञान दा खंड है, जो ज्ञान दा अस्थान है, जिथे ज्ञान प्रगट हुंदा है, प्रचंड बड़ा तेज ज्ञान प्रगट हुंदा है। जिस तरह भगत जी लिखते हैं, देखो भाई ज्ञान की आई आंधी, सबै उडानी भरम की टाटी, रहै न माया बांधी। भाव जदों मनुख दे अंदर ज्ञान पैदा हुंदा है ते भरम भुलेखे दा घाह फूस विकार, भाव कल्पना फुरने, अनेकां तरह के विषय विकारां दे ख्याल जां संसार दे ख्याल सब खत्म हो जाते हैं। जिवें हनेरी चंगा माड़ा सब कुछ उड़ा के लै जाती है। केवल ते केवल स्वै बचदा है। तो जग्यासू जद ज्ञान के हिस्से विच पहुँचदा है, ज्ञान के खंड विच पहुँचदा है, उस वेले प्रचंड तेज ज्ञान प्रगट हुंदा है उहदे हिरदे विच। ते आप जी नूं पता है, जिसों किसी चीज़ के बारे पूरी जानकारी हो जाए तो फिर उसका आनंद भी बन जाता है। सतगुरु पातशाह कहते जदों मनुख दे अंदर ये ज्ञान पैदा हुंदा है, तिथै नाद विनोद कोड़ आनंद। उस अवस्था विच उन्हां नूं नाद ਕੰਨਾਂ ਦੇ ਨਾਲ ਸੁਣਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਭਾਵ ਕਈਆਂ ਨੂੰ ਇੱਕ ਥਾਂ ਬੈਠੇ ਹੀ ਆਪਣੇ ਅੰਦਰੋਂ ਅਨੇਕਾਂ ਤਰ੍ਹਾਂ ਦੀਆਂ ਆਵਾਜ਼ਾਂ ਕੀਰਤਨ ਦੀਆਂ, ਕਥਾ ਦੀਆਂ, ਪਰਮੇਸ਼ਰ ਦੇ ਨਾਮ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜਿਨ੍ਹਾਂ ਨੂੰ ਸੁਣ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ। ਇਹਨੂੰ ਕਹਿੰਦੇ ਹੈ ਸਰਵਣਾ ਆਨੰਦ ਨਾਦ। विनोद दर्शनानंद, भाव अंदरों अनेकां तरह के दर्शन भी हुंदे हन अते प्राप्ति तो ज्ञान खंड विचों मनुख दे अंदर बेअंत ज्ञान प्राप्त हुंदा है। करोड़ां आनंदां दा प्राप्त होना। जिस ज्ञान नूं जदों धन धन श्री गुरु अमरदास महाराज जी ने प्राप्त किया तो उस वेले फिर उन्हां दे मुख चों बचन निकलिया, आनंद भया मेरी माए सतगुरु मैं पाया। भाव जद मनुख दे अंदर आनंद पैदा हुंदा है ते जिहड़ा अपनी हस्ती आ वो खत्म हो जाती है।
ਆਨੰਦ ਵਿੱਚ ਮਿਲ ਕੇ ਆਨੰਦ ਦਾ ਹੀ ਰੂਪ ਹੋ ਜਾਂਦਾ ਹੈ। ਜਿਵੇਂ ਕਿਸੇ ਦਾ ਬਹੁਤ ਹੀ ਪਿਆਰਾ ਸੰਬੰਧੀ ਕਿਸੇ ਕਾਰਨ ਗਵਾਚ ਜਾਵੇ ਤੇ ਜਦੋਂ ਕੋਈ ਉਹਨਾਂ ਨੂੰ ਦੱਸੇ ਆ ਕਿ ਤੁਸੀਂ ਐਵੇਂ ਚਿੰਤਾ ਕਰਦੇ ਹੋ, ਤੁਹਾਡਾ ਸੰਬੰਧੀ ਫਲਾਣੇ ਥਾਂ ਹੈ, ਇਹ ਸੁਣ ਕੇ ਜੋ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਉਹਨੂੰ ਨਾਦ ਸਰਬਨਾਨੰਦ ਕਹਿੰਦੇ ਹਨ। ਤੇ ਜਦੋਂ ਉੱਥੇ ਜਾ ਕੇ ਉਸ ਨੂੰ ਵੇਖ ਲੈਂਦੇ ਹਨ ਤਾਂ ਵਿਨੋਦ ਦਰਸ਼ਨਾਨੰਦ ਪ੍ਰਾਪਤ ਹੁੰਦਾ ਹੈ। ਭਾਵ ਉਸ ਨੂੰ ਵੇਖ ਕੇ ਜੋ ਖੁਸ਼ੀ ਪ੍ਰਾਪਤ ਹੁੰਦੀ ਹੈ, ਕੁਝ ਮਿੰਟਾਂ ਦੇ ਲਈ ਸਭ ਨੂੰ ਆਪਣਾ ਆਪਾ ਸਭ ਕੁਝ ਭੁੱਲ ਜਾਂਦਾ ਹੈ। ਉਹਨੂੰ ਕਰੋੜਾਂ ਗੁਣਾ ਜ਼ਿਆਦਾ ਆਨੰਦ ਕਹਿੰਦੇ ਹਨ। ਇਸ ਤਰ੍ਹਾਂ ਦ੍ਰਿਸ਼ਟਾਂਤ ਦੇ ਤੌਰ 'ਤੇ ਇਸ ਰੀਤ ਨਾਲ ਗਿਆਨ ਖੰਡੀ ਬ੍ਰਹਮ ਵੇਤਿਆਂ ਨੂੰ ਜਦੋਂ ਇਹ ਗਿਆਨ ਖੰਡ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਸਰਵਣਾਨੰਦ ਪ੍ਰਾਪਤ ਹੁੰਦਾ ਹੈ, ਤਾਂ ਬਾਣੀ ਵਿੱਚ ਇਸੇ ਤਰ੍ਹਾਂ ਦੇ ਬਚਨ ਉਚਾਰੇ ਸਤਿਗੁਰਾਂ ਨੇ। ਗੁਰਬਾਣੀ ਸੁਣਤ ਮੇਰਾ ਮਨ ਡਰਬਿਆ, ਮਨ ਭੀਨਾ ਨਿਜ ਘਰ ਆਵੈ ਗੋ। ਗੁਰਬਾਣੀ ਨੂੰ ਸੁਣਦਿਆਂ ਹੋਇਆ ਮੇਰਾ ਮਨ ਪਿੰਗਲ ਗਿਆ ਹੈ ਹੁਣ, ਔਰ ਮੇਰਾ ਮਨ ਭਿੱਜ ਗਿਆ ਹੈ। ਹੁਣ ਇਹ ਆਪਣੇ ਘਰ ਵੱਲ ਜਾਣ ਨੂੰ ਤਿਆਰ ਹੋ ਗਿਆ ਹੈ। ਤੇ ਜਦ ਮਨ ਸਾਡੇ ਅੰਦਰ ਟਿਕਣਾ ਸ਼ੁਰੂ ਹੋ ਜਾਂਦਾ ਹੈ, ਫਿਰ ਕਦੇ ਕਦੇ ਦਰਸ਼ਨਾਂ ਦਾ ਆਨੰਦ ਵੀ ਪ੍ਰਾਪਤ ਕਰਦਾ ਹੈ। ਫਿਰ ਜੀਵ ਕਹਿ ਉੱਠਦਾ ਹੈ, ਧੀਰੋਂ ਦੇਖ ਤੁਮਾਰੇ ਰੰਗਾ। ਤੇਰੇ ਰੰਗਾਂ ਨੂੰ ਦੇਖ ਕੇ ਬੜਾ ਆਨੰਦ ਆਉਂਦਾ ਹੈ। ਜਿਨ੍ਹਾਂ ਨੂੰ ਇਹ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਉਹਨਾਂ ਨੂੰ ਇਹ ਸ੍ਰਿਸ਼ਟੀ ਜਿਹੜੀ ਹੈ ਇਹ ਸਾਰੀ ਹੀ ਪਰਮੇਸ਼ਰ ਰੂਪ ਦਿਖਾਈ ਦੇਣ ਲੱਗ ਜਾਂਦੀ ਹੈ। ਇਸ ਸ੍ਰਿਸ਼ਟੀ ਦੇ ਵਿੱਚ ਹੀ ਉਹਨਾਂ ਨੂੰ ਸਰਗੁਣ ਸਰੂਪ ਧਾਰ ਕੇ ਚੋਜ ਕੀਤੇ ਦਿਸਣ ਲੱਗ ਜਾਂਦੇ ਹਨ ਸਤਿਗੁਰਾਂ ਦੇ। ਭਾਈ ਰਾਮ ਕੌਰ ਜੀ ਦੀ ਅਵਸਥਾ ਜਿਹੜੀ ਸੀ, ਭਾਈ ਗੁਰਬਖਸ਼ ਸਿੰਘ ਬਾਬੇ ਬੁੱਢੇ ਕੀ ਵੰਸ਼ ਵਿੱਚੋਂ, ਜਾਂ ਫਿਰ ਜਿਵੇਂ ਤੁਲਸਾ ਦਾਸੀ ਹੋਈ ਹੈ ਜੋ ਮਾਤਾ ਤ੍ਰਿਪਤਾ ਜੀ ਦੇ ਕੋਲ ਸੇਵਾ ਕਰਦੀ ਆ, ਨੌਕਰਾਣੀ ਹੈ ਮਾਤਾ ਤੁਲਸਾ, ਮਾਤਾ ਤ੍ਰਿਪਤਾ ਜੀ ਦੀ। ਤੇ ਇੱਕ ਦਿਨ ਮਾਤਾ ਤ੍ਰਿਪਤਾ ਜੀ ਕਹਿੰਦੇ, ਜਾ ਕੁੜੇ ਤੁਲਸਾ, ਆ ਨਾਨਕ ਨੂੰ ਜਗਾ ਕੇ ਆ ਰੋਟੀ ਖਾ ਲੂਗਾ, ਫਿਰ ਠੰਡੀ ਹੋ ਜਾਊਗੀ। ਕਹਿੰਦੇ ਜਿਸ ਵੇਲੇ ਬੀਬੀ ਤੁਲਸਾ ਨੇ ਜਾ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਜਗਾਉਣਾ ਚਾਹਿਆ, ਤਾਂ ਉਹਨਾਂ ਦੇ ਚਰਨ ਨੰਗੇ ਸਨ, ਮੂੰਹ ਢਕਿਆ ਹੋਇਆ ਸੀ। ਔਰ ਇਸ ਬੀਬੀ ਨੇ ਇਹ ਵੀ ਸੁਣਿਆ ਸੀ ਕਿ ਗੁਰੂ ਨਾਨਕ ਦੇ ਚਰਨਾਂ ਦੀ ਧੂੜੀ ਵੀ ਤਾਰ ਦਿੰਦੀ ਆ, ਮਹਿਮਾ ਸੁਣਦੀ ਸੀ ਲੋਕਾਂ ਕੋਲੋਂ। ਔਰ ਇਹਨੇ ਸੋਚਿਆ ਕਿਉਂ ਨਾ ਮੈਂ ਅੱਜ ਚਰਨ ਧੂੜੀ ਲੈ ਲਵਾਂ। ਤੋ ਜਗਾਉਣ ਤੋਂ ਪਹਿਲਾਂ ਉਸਨੇ ਆਪਣੀ ਜੀਭ ਅਸ਼ੋਪਲੇ ਜੇ ਸਤਿਗੁਰਾਂ ਦੀ ਤਲੀ ਦੇ ਹੇਠਾਂ ਲਾ ਦਿੱਤੀ। ਜਦ ਤਲੀ ਦੇ ਹੇਠਾਂ ਜੀਭ ਲੱਗੀ, ਧੰਨ ਗੁਰੂ ਨਾਨਕ ਦੇਵ ਜੀ ਤਾਂ ਪਰਮੇਸ਼ਰ ਸਰੂਪ ਸਨ, ਉਹ ਤਾਂ ਜੁੜੇ ਹੋਏ ਸਨ ਤੇ ਇਹ ਵੀ ਜੁੜ ਗਈ। ਉਸ ਤੋਂ ਬਾਅਦ ਇਸਨੇ ਕੀ ਦੇਖਿਆ ਕਿ ਧੰਨ ਗੁਰੂ ਨਾਨਕ ਦੇਵ ਜੀ ਦੂਰ ਕਿਤੇ ਸਮੁੰਦਰ ਦੇ ਵਿੱਚ ਕਿਸੇ ਜਹਾਜ਼ ਨੂੰ ਧੱਕਾ ਲਾ ਰਹੇ ਨੇ। ਤੇ ਜਦ ਕਾਫੀ ਸਮਾਂ ਬੀਬੀ ਜਿਹੜੀ ਹੈ ਇਹਦਾ ਧਿਆਨ ਜੁੜ ਗਿਆ, ਉੱਥੇ ਚੌਂਕੜਾ ਵੱਜ ਗਿਆ, ਉੱਥੇ ਬੈਠ ਗਈ ਔਰ ਦਰਸ਼ਨਾਨੰਦ ਪ੍ਰਾਪਤ ਕਰਨ ਲੱਗੀ, ਵਿਨੋਦ ਆਨੰਦ। ਜਦ ਮਾਤਾ ਤ੍ਰਿਪਤਾ ਨੇ ਕਹਿੰਦੇ ਦੁਬਾਰਾ ਆਵਾਜ਼ ਮਾਰੀ, ਕੁੜੇ ਤੁਲਸਾ ਠਾ ਦੇ, ਤੇ ਤੁਲਸਾ ਦਾ ਧਿਆਨ ਖੁੱਲਿਆ ਤੇ ਉੱਠ ਕੇ ਕੋਲ ਆ ਗਈ। ਕਹਿੰਦੀ ਮੈਂ ਕੀ ਠਾਵਾਂ, ਉਹ ਤਾਂ ਇੱਥੇ ਹੈ ਹੀ ਨਹੀਂ। ਕਹਿੰਦੇ ਕਿਉਂ? ਹੋਰ ਉਹ ਤਾਂ ਦੂਰ ਸਮੁੰਦਰ ਦੇ ਵਿੱਚ ਕਿਸੇ ਜਹਾਜ਼ ਨੂੰ ਧੱਕਾ ਲਾਈ ਜਾਂਦੇ ਆ। ਤੋ ਮਾਤਾ ਤ੍ਰਿਪਤਾ ਉੱਠ ਕੇ ਗਈ, ਚਾਦਰ ਲਾਹੀ, ਕਹਿੰਦੀ ਉੱਠ ਵੇ ਨਾਨਕ, ਪ੍ਰਸ਼ਾਦਾ ਰੋਟੀ ਖਾ ਲੈ, ਪ੍ਰਸ਼ਾਦਾ ਛਕ ਲੈ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਮਾਤਾ ਜੀ ਦੇ ਕੋਲ ਬੈਠ ਕੇ ਪ੍ਰਸ਼ਾਦਾ ਛਕਣ ਲੱਗੇ ਤਾਂ ਉਸ ਵੇਲੇ ਫਿਰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪੁੱਤ ਸਿਆਣਾ ਬਣ, ਅੱਗੇ ਤਾਂ ਪਿੰਡ ਵੇਲੇ ਹੀ ਸਾਨੂੰ ਮਖੌਲਾਂ ਕਰਦੇ ਸੀ ਪਿੰਡ ਵਾਲੇ, ਹੁਣ ਤਾਂ ਨੌਕਰ ਚਾਕਰ ਵੀ ਸਾਨੂੰ ਮਖੌਲਾਂ ਕਰਦੇ ਨੇ। ਕਹਿਣ ਲੱਗੇ ਉਹ ਕਿਵੇਂ? ਕਹਿੰਦੇ ਨੌਕਰਾਣੀ ਤੁਲਸਾ ਨੂੰ ਕਿਹਾ ਵੀ ਜਾ ਕੇ ਨਾਨਕ ਨੂੰ ਉਠਾ ਕੇ ਲਿਆ। ਇਹ ਮੈਨੂੰ ਕਹਿੰਦੀ ਨਾਨਕ ਤਾਂ ਇੱਥੇ ਹੈ ਹੀ ਨਹੀਂ, ਉਹ ਤਾਂ ਕਿਸੇ ਸਿੱਖ ਦੇ ਜਹਾਜ਼ ਨੂੰ ਬੰਨੇ ਲਾਉਂਦੇ ਫਿਰਦੇ ਆ। ਹੁਣ ਇਹ ਚੀਜ਼ ਬੀਬੀ ਤੁਲਸਾ ਨੇ ਦੇਖੀ ਆ, ਉਸ ਆਨੰਦ ਦਾ ਵੀ ਜਿਹੜਾ ਹੈ, ਕੌਤਕ ਦਾ ਆਨੰਦ ਹੈ ਜਿਹੜਾ, ਉਹ ਵੀ ਤੁਲਸਾ ਹੀ ਜਾਣਦੀ ਆ। ਇਸ ਤਰ੍ਹਾਂ ਕਰੋੜਾਂ ਗੁਣਾ ਆਨੰਦ ਦੁਨੀਆ ਦੇ ਸੁੱਖਾਂ ਤੋਂ ਕਿਤੇ ਜਾਵੇ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ, ਉਹਦੇ ਵਿੱਚੋਂ ਰਸ ਲੈਣਾ ਸ਼ੁਰੂ ਕਰਦੇ ਹਨ। ਸੋ ਸਤਵਾਂ ਪਦ, ਚੌਥੀ ਭੂਮਿਕਾ, ਸੇਵਕ ਦਾ ਦਰਜਾ, ਜੋ 35ਵੀਂ ਪੌੜੀ ਵਿੱਚ ਕਥਨ ਕੀਤਾ ਹੈ। ਇਸ ਪੌੜੀ ਦੀਆਂ 2 ਪੰਕਤੀਆਂ ਦਾ ਅਰਥ ਪਿਛਲੀ ਪੌੜੀ ਨਾਲ ਜੁੜਨਾ ਬਣਦਾ ਹੈ, ਪਰ ਅੱਗੇ ਚੱਲਦਾ ਹੈ ਅਗਲਾ ਖੰਡ, ਸਰਮਖੰਡ। ਸਰਮਖੰਡ ਸਿੱਖ ਦਾ ਦਰਜਾ ਦੱਸਦੇ ਹਨ। ਤੇ ਸਿੱਧਾ ਨੇ ਪੁੱਛਣਾ ਕੀਤਾ, ਪ੍ਰਸ਼ਨ ਕੀਤਾ, ਮਹਾਰਾਜ ਸਰਮਖੰਡ ਭਾਵ ਉਪਾਸਨਾ, ਸਿਮਰਨ ਭਜਨ ਬੰਦਗੀ ਭਗਤੀ ਕਿਵੇਂ ਕਰਨੀ ਹੈ, ਇਹਦੇ ਬਾਰੇ ਵੀ ਸਾਨੂੰ ਦੱਸਣਾ ਕਰੋ। ਸਤਿਗੁਰੂ ਜੀ ਅੱਗੇ ਸਿੱਖ ਦੀ ਅਵਸਥਾ, ਉਪਾਸਨਾ, ਸਰਮਖੰਡ ਦੀ ਇਸ 5ਵੀਂ ਭੂਮਿਕਾ ਵਿੱਚ ਫਰਮਾਉਂਦੇ ਹਨ। ਸਰਮਖੰਡ ਕੀ ਬਾਣੀ ਰੂਪ, ਜਿਹੜਾ ਸਰਮਖੰਡ ਹੈ, ਇੱਥੇ ਪਹੁੰਚ ਕੇ ਸਿੱਖ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਹੁੰਦੀ ਆ, ਆਪਣੇ ਆਪ ਨੂੰ ਜਾਣਨਾ ਕਰਦਾ ਹੈ। ਸ਼ਰਮ ਦਾ ਇੱਕ ਅਰਥ ਲੱਜਿਆ ਵੀ ਹੈ, ਲੱਜਾ ਰੱਖਣੀ। ਔਰ ਉਸ ਦੇ ਅੰਦਰ ਜਿਹੜਾ ਹੈ ਮਾੜੇ ਕਰਮਾਂ ਤੋਂ ਸ਼ਰਮ ਆਉਣ ਲੱਗ ਜਾਂਦੀ ਹੈ। ਇੱਥੋਂ ਤੱਕ ਕਿ ਉਹ ਕਰਾਮਾਤਾਂ ਕਰਨ ਨੂੰ ਵੀ ਚੰਗਾ ਨਹੀਂ ਸਮਝਦੇ। ਪ੍ਰਭ ਲੋਗਣ ਕਹਿ ਆਵੇ ਲਾਜਾ, ਪ੍ਰਭੂ ਦੇ ਪਿਆਰੇ ਤਾਂ ਫਿਰ ਕਰਾਮਾਤਾਂ ਵਿਖਾਉਣਾ ਵੀ ਚੰਗਾ ਨਹੀਂ ਸਮਝਦੇ, ਇਸ ਤੋਂ ਵੀ ਸ਼ਰਮ ਮੰਨਦੇ ਆ। ਤੋ ਨਾਮ ਦੀ ਲੱਜਿਆ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਆਪਣੇ ਮਾਪਿਆਂ ਦੀ, ਕੁਲ ਦੀ, ਗੁਰੂ ਦੀ, ਦੇਸ਼ ਦੀ, ਸਮਾਜ ਦੀ, ਬੁਰੇ ਕਰਮਾਂ ਦਾ ਤਿਆਗ ਕਰ ਦੇਣਾ, ਚੰਗੇ ਕਰਮ ਕਰਨੇ, ਇਹ ਵੀ ਸਰਮਖੰਡ ਵਿੱਚ ਜਾ ਕੇ ਗੱਲ ਬਣਦੀ ਆ। ਵੇਖ ਦੇਖ ਪਰਾਈਆਂ ਚੰਗੀਆਂ ਭੈਣਾਂ, ਮਾਵਾਂ ਭੈਣਾਂ ਧੀਆਂ ਜਾਣੈ, ਅਤੇ ਬੁਰੇ ਕਰਮ ਕੀਤਿਆਂ ਤੋਂ ਕਿਤੇ ਪਰਲੋਕ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ। ਇਸ ਕਰਕੇ ਇਹ ਸਰਮਖੰਡ ਵਿੱਚ ਜਦ ਜੀ ਪਹੁੰਚਦਾ ਹੈ। ਸਰਮ ਦਾ ਦੂਸਰਾ ਅਰਥ ਮਿਹਨਤ ਵੀ ਹੈ, ਭਾਵ ਜਦੋਂ ਕੋਈ ਮਿਹਨਤ ਕਰਕੇ ਸ਼੍ਰੇਸ਼ਟ ਕਰਮਾਂ ਲਈ ਉਦਮ ਕਰਨਾ ਹੀ ਉਪਾਸਨਾ ਕਾਂਡ ਹੈ, ਸਿਮਰਨ ਭਜਨ ਬੰਦਗੀ ਹੈ, ਭਗਤੀ ਹੈ। ਮਤ ਸ਼ਰਮਿੰਦਾ ਥੀਵਈ ਸਾਈਂ ਦਾ ਦਰਬਾਰ। ਇਸ ਕਰਕੇ ਭਗਤਾਂ ਨੇ ਇੱਥੇ ਸਰਮਖੰਡ ਦੀ ਗੱਲ ਇਉਂ ਕੀਤੀ ਹੈ। ਅੱਗੇ ਇਹਦਾ ਅਰਥ ਇੱਕ ਦੂਸਰਾ ਮਿਹਨਤ ਵੀ ਬਣਦਾ ਹੈ। ਸ਼੍ਰੇਸ਼ਟ ਕਰਮਾਂ ਲਈ ਉਦਮ ਕਰਨਾ ਪੈਂਦਾ ਹੈ। ਉੱਚੇ ਥਾਂ 'ਤੇ ਪਾਣੀ ਚੜਾਉਣਾ ਹੋਵੇ ਤੇ ਸਾਨੂੰ ਉਦਮ ਕਰਨਾ ਪੈਂਦਾ, ਨੀਵੇਂ ਵਿੱਚ ਆਪੇ ਚਲਿਆ ਜਾਂਦਾ। ਜਿਹੜਾ ਸਾਡਾ ਮਨ ਹੈ ਮਾੜੇ ਪਾਸੇ ਤਾਂ ਆਪੇ ਚਲਿਆ ਜਾ ਸਕਦਾ, ਕੋਈ ਲੋੜ ਨਹੀਂ ਲੈ ਕੇ ਜਾਣ ਦੀ, ਪਰ ਚੰਗੇ ਪਾਸੇ ਲਿਜਾਣ ਲਈ ਜ਼ੋਰ ਲਾਉਣਾ ਪੈਂਦਾ, ਮਿਹਨਤ ਕਰਨੀ ਪੈਂਦੀ ਆ, ਸ਼ਰਮ ਕਰਨੀ ਪੈਂਦੀ ਆ। ਪੂਜਾ, ਸੇਵਾ, ਟਹਿਲ, ਭਗਤੀ ਆਦਿ ਕਹਿਣ ਤੋਂ ਭਾਵ ਜਗਿਆਸੂ ਟਹਿਲ, ਸੇਵਾ, ਭਗਤੀ ਲਈ ਉਦਮ ਸ਼ਰਮ ਕਰਦਾ ਹੈ ਤਾਂ ਉਹ ਸਰਮਖੰਡ ਵਿੱਚ ਚਲਿਆ ਜਾਂਦਾ ਹੈ। ਇਸ ਸਰਮਖੰਡ ਦੀ ਅਵਸਥਾ ਵਿੱਚ ਉਸ ਦੀ ਬਾਣੀ, ਬੋਲ ਬਾਣੀ ਬਦਲ ਜਾਂਦੀ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ,
ਹਉ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣ ਕਹੋਵੈ ਵਾਸਲਾ ਕੱਢ ਵਾਸ ਲੀਜੈ ਜਾਂ ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤਿ ਬੋਲ ਬੋਲਦੇ ਮਿੱਠਾ ਭਾਈ ਗੁਰਦਾਸ ਜੀ। ਭਾਵ ਉਹ ਗੁਰਮੁਖ ਜਦੋਂ ਵੀ ਬੋਲਦੇ ਹਨ ਉਹ ਦੂਜੇ ਸਤਿਕਾਰ ਨੂੰ ਮੱਦੇ ਨਜ਼ਰ ਰੱਖ ਕੇ ਹੀ ਬੋਲਦੇ ਹਨ। ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਹੋ ਜਾਂਦੇ ਹਨ। ਜਿਵੇਂ ਬਾਬਾ ਭਾਈ ਲਹਿਣਾ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਇਹ ਸੱਚ ਤੇ ਮਿਠਾਸ ਭਰੇ ਸਨ। ਜੈਸਾ ਕਿ ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਮਿਲਣਾ ਚਾਹੁੰਦਾ ਪਰਮੇਸ਼ਰ ਦੇ ਵਿੱਚ ਤਾਂ ਫਿਰ ਇਉਂ ਕਰ, ਤਾਣ ਹੁੰਦਾ ਹੋਏ ਨਿਤਾਣਾ, ਮਾਣ ਹੁੰਦਾ ਹੋਏ ਨਿਮਾਣਾ, ਅਣ ਹੁੰਦਾ ਆ ਵੰਡਾਏ ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਸੱਚ ਨਾਲ ਜੁੜਿਆ ਹੀ ਉਹਦੇ ਵਿੱਚ ਮਿਲ ਸਕਦਾ ਹੈ। ਇਹੋ ਜਿਹਾ ਹੋ ਜਾ ਹਿਆਉ ਨ ਕਹਿ ਠਾਹੇ ਮਾਨਕ ਸਭ ਅਮੋਲ ਵਾਏ। ਸਾਰਿਆਂ ਦਾ ਮਨ ਹੀ ਅਮੋਲਕ ਹੈ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਤੋ ਇਹ ਵੀ ਜਿਹੜਾ ਹੈ ਸਰਮਖੰਡ ਦੀ ਅਵਸਥਾ ਵਿੱਚ ਜਾ ਕੇ ਸਿੱਖ ਦੇ ਵਿੱਚ ਬਦਲਾਅ ਆਉਂਦਾ ਹੈ। ਹੋਰ ਕੀ ਹੁੰਦਾ ਹੈ, ਤਿੱਥੈ ਘਾਟ ਘੜੀਐ ਬਹੁਤ ਅਨੂਪ। ਉਸ ਅਵਸਥਾ ਵਿੱਚ ਸਰਮਖੰਡੀਆਂ ਸਰਮਜਾਂ ਉਦਮ ਮਿਹਨਤ ਕਰਨ ਵਾਲਿਆਂ ਦੀ ਸਤਿਗੁਰ ਜੀ ਦੁਆਰਾ ਬਹੁਤ ਹੀ ਸੁੰਦਰ ਘਾਟ ਘੜੀ ਜਾਂਦੀ ਹੈ। ਭਾਵ ਮਤ ਘੜੀ ਜਾਂਦੀ ਹੈ, ਬੁੱਧੀ ਘੜੀ ਜਾਂਦੀ ਹੈ। ਸਤਿਗੁਰੂ ਉਸ ਨੂੰ ਦੈਵੀ ਗੁਣ ਦੇ ਕੇ ਹੋਰ ਸੋਹਣਾ ਬਣਾਉਂਦੇ ਹਨ। ਜਿਵੇਂ ਸਾਨੂੰ ਗੁਰੂਆਂ ਨੇ ਜਦੋਂ ਬਾਬਾ ਨਾਨਕ ਦੁਨੀਆ ਵਿੱਚ ਆਏ, ਜੇ ਸੰਸਾਰ ਦੇ ਲੋਕਾਂ ਨੂੰ ਅਕਲ ਨਹੀਂ ਸੀ, ਵਿਗੜਿਆਂ ਤਿਗੜਿਆਂ ਨੂੰ ਰਾਜੇ ਸ਼ੀਮ ਕਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ ਦੇ ਮਹਾਵਾਕ ਅਨੁਸਾਰ ਜਦ ਲੋਕਾਂ ਦੀ ਮਤ ਵਿਗੜੀ ਦੇਖੀ, ਇਹਨਾਂ ਦੀ ਮਤ ਨੂੰ ਸੁਧਾਰਨ ਵਾਸਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਉਦਾਸੀਆਂ ਲਾਈਆਂ ਔਰ ਲੋਕਾਂ ਨੂੰ ਦੈਵੀ ਗੁਣ ਭਗਤੀ ਦੇ ਗੁਣ ਬਖਸ਼ਿਸ਼ ਕੀਤੇ, ਮਾੜੇ ਕੰਮ ਛਡਾਏ ਉਹਨਾਂ ਤੋਂ। ਇਉਂ ਸਤਿਗੁਰੂ ਉਹਨਾਂ ਨੂੰ ਦੈਵੀ ਗੁਣ ਬਖਸ਼ ਦਿੰਦੇ ਹਨ। ਮਤ ਘੜੀ ਜਾਂਦੀ ਹੈ। ਜਿੱਥੇ ਸਰਮਖੰਡੀ ਮਹਾਤਮਾ ਬਸਦੇ ਹਨ, ਜਗਿਆਸੂਆਂ ਦੀ ਸ਼ੁਭ ਗੁਣਾਂ ਦੁਆਰਾ ਬਹੁਤ ਅਨੂਪ ਸੁੰਦਰ ਘਾਟ ਘੜੀ ਜਾਂਦੀ ਹੈ। ਭਾਵ ਸੰਗਤ ਦਾ ਫਲ, ਜੈਸੀ ਸੰਗਤ ਵੈਸੀ ਰੰਗਤ। ਜਿਹੋ ਜਿਹਾ ਬੰਦਾ ਸੰਗਤ ਕਰਦਾ ਹੈ ਉਹ ਜਿਹਾ ਰੰਗ ਉਹਨੂੰ ਚੜ੍ਹ ਜਾਂਦਾ। ਜਗਿਆਸੂ ਜਿਹੜਾ ਉੱਚੇ ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ। ਪਾਪੀ ਦੀ ਸੰਗਤ ਕਰਿਆ ਮਨ ਮੈਲ ਪਾਪਾਂ ਨਾਲ ਭਰ ਜਾਂਦੀ ਆ, ਉਹ ਤਾਂ ਪਹਿਲੇ ਭਰੀ ਹੋਈ ਆ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਪਾਪਾਂ ਦੀ ਮੈਲ, ਚੰਚਲਤਾ ਦੀ, ਅਗਿਆਨਤਾ ਦੀ, ਈਰਖਾ ਦੁਈ ਦਵੈਤ ਦੀ ਮੈਲ। ਜਿਵੇਂ ਸੋਨੇ ਵਿੱਚ ਖੋਟ ਪੈ ਜਾਂਦੇ ਆ, ਇਸੇ ਤਰ੍ਹਾਂ ਹੀ ਇਹ ਮਨ ਸਾਡਾ ਖੋਟਾ ਹੋ ਚੁੱਕਿਆ ਹੈ। ਤੇ ਗੁਰੂ ਫਿਰ ਸਰਮਖੰਡ ਦੇ ਵਿੱਚ ਲਿਜਾ ਕੇ ਇਸ ਨੂੰ ਘੜਦਾ ਹੈ। ਜਿਵੇਂ ਸੁਨਿਆਰੇ ਦੀ ਦੁਕਾਨ ਤੇ ਸੋਨੇ ਦਾ ਜਿਹੜਾ ਹੈ ਖੋਟ ਕੱਢਿਆ ਜਾਂਦਾ ਹੈ, ਇਸ ਤਰ੍ਹਾਂ ਸਾਡਾ ਮਨ ਵੀ 12 ਬੰਨੀਆਂ ਦਾ ਬਣ ਜਾਂਦਾ ਹੈ। ਭਾਵ 12 ਦੇ 12 ਔਗਣ ਇਹਦੇ ਅੰਦਰੋਂ ਨਿਕਲ ਜਾਂਦੇ ਹਨ। ਸ਼ੁੱਧ ਸੋਨੇ ਦੇ ਰੂਪ ਹੋ ਜਾਂਦਾ ਹੈ ਔਰ ਉਸ ਦੇ ਅੰਦਰ ਗਿਆਨ ਰੂਪੀ ਗਹਿਣੇ ਘੜਨ ਦੀ ਜਿਹੜੀ ਹੈ ਘਾਟ ਆ ਜਾਂਦੀ ਹੈ, ਜੁਗਤ ਆ ਜਾਂਦੀ ਹੈ। ਭਾਵ ਉਹਦੇ ਅੰਦਰੋਂ ਗਿਆਨ ਦੇ ਸ਼ਬਦ ਨਿਕਲਦੇ ਹਨ। ਤਿੱਥਾ ਘੜੀਐ ਸੁਰਤ ਮਤ ਮਨ ਬਹੁਤ, ਤਿੱਥਾ ਘੜੀਐ ਸੁਰਾਂ ਸਿੱਧਾਂ ਕੀ ਸੁਧ। ਇਸ ਤਰ੍ਹਾਂ ਗੁਰੂ ਪਿਆਰਿਓ ਉੱਥੇ ਫਿਰ ਸਿੱਖ ਦੀ ਮਤ ਘੜੀ ਜਾਂਦੀ ਹੈ ਔਰ ਫਿਰ ਉਹ ਕਿਹੋ ਜਿਹਾ ਬਣ ਜਾਂਦਾ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹਦੇ ਬਾਰੇ ਦੱਸਣਾ ਬੜਾ ਮੁਸ਼ਕਿਲ ਹੈ।
ਤਾਕੀਆਂ ਗੱਲਾਂ ਕਥੀਆਂ ਨਾ ਜਾਏ। ਉਹਨਾਂ ਸਰਮਖੰਡ ਵਾਲੇ ਭਗਤਾਂ ਸਿੱਖਾਂ ਦਾ ਉਦਮ, ਕਮਾਈ, ਭਗਤੀ, ਪਿਆਰ, ਨਿਮਰਤਾ ਆਦਿ ਗੱਲਾਂ ਕਿਸੇ ਪਾਸੋਂ ਦੱਸੀਆਂ ਨਹੀਂ ਜਾ ਸਕਦੀਆਂ, ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਜਿਸ ਤਰ੍ਹਾਂ ਬਚਨ ਹੈ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ ਜਾਣਦੇ ਸਾਰੇ ਹਨ ਉਸ ਨੂੰ। ਜਿਸ ਤਰ੍ਹਾਂ ਕਿਸੇ ਨੇ ਪੁੱਛਿਆ ਵੀ ਜਦ ਬ੍ਰਹਮ ਗਿਆਨੀ ਦੋਨੇ ਇਕੱਠੇ ਬੈਠਦੇ ਹਨ ਤੇ ਕੀ ਗੱਲਬਾਤ ਕਰਦੇ ਆ, ਉਹਨੇ ਦੱਸਿਆ ਵੀ ਕੋਈ ਗੱਲ ਨਹੀਂ ਕਰਦੇ, ਕੀ ਗੱਲ ਕਰਨ, ਦੋਨੇ ਉਸ ਗੱਲ ਨੂੰ ਜਾਣਦੇ ਹੈ। ਤਾਂ ਇਸ ਤਰ੍ਹਾਂ ਇਹ ਹੈ ਸਰਮਖੰਡ ਦੀ ਗੱਲ। ਮਨੁੱਖ ਦੇ ਅੰਦਰ ਸਰਮਖੰਡ ਵਿੱਚ ਜਾ ਕੇ ਗਿਆਨ ਪੈਦਾ ਹੋ ਜਾਂਦਾ ਹੈ, ਜਿਸ ਦਾ ਸਦਕਾ ਉਹ ਸੰਸਾਰ ਨੂੰ ਵੀ ਤਾਰਨ ਜੋਗਾ ਹੋ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਖੁਜਲੇ ਹੋਰ ਕੇਤੀ ਛੁੱਟੀ ਨਾਲ ਦੇ ਮਹਾਵਾਕ ਅਨੁਸਾਰ। ਇੱਕ ਸਿੱਧ ਕਹਿਣ ਲੱਗਿਆ ਕਿ ਜੇ ਮੈਂ ਕਹਿ ਕੇ ਵਿਖਾਵਾਂ, ਸਤਿਗੁਰੂ ਜੀ ਕਹਿੰਦੇ ਕਹਿ ਫਿਰ। ਪਰ ਕੋਈ ਵੀ ਗੱਲ ਜਿੰਨੇ ਚਿਰ ਪੂਰੀ ਨਾ ਕਹੀ ਜਾਵੇ ਉਹਨਾਂ ਚਿਰ ਉਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਜੇ ਕੋਈ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਜੇ ਕੋ ਕਹੈ ਪਿੱਛੇ ਪਛਤਾਏ, ਬਾਅਦ ਵਿੱਚ ਪਤਾ ਲੱਗਦਾ ਕਿ ਮੈਂ ਤਾਂ ਗੱਲ ਪੂਰੀ ਕਹਿ ਨਹੀਂ ਸਕਿਆ। ਜਿਸ ਤਰ੍ਹਾਂ ਮਹਾਂਪੁਰਸ਼ ਸੰਤ ਮਸਕੀਨ ਜੀ ਦੱਸਦੇ ਹਨ ਕਿ ਇੱਕ ਵਾਰੀ ਮੈਂ ਜਪਜੀ ਸਾਹਿਬ ਜੀ ਦਾ ਉਲਥਾ ਲਿਖਣ ਦੀ ਸਲਾਹ ਕੀਤੀ। ਮੈਂ ਜਪਜੀ ਸਾਹਿਬ ਜੀ ਦੀ ਕੁਝ ਕਥਾ ਲਿਖੀ, ਪੋਥੀ ਰੱਖ ਦਿੱਤੀ। ਕਈ ਸਾਲ ਉਸ ਨੂੰ ਦੁਬਾਰਾ ਅੱਗੋਂ ਲਿਖਣ ਦਾ ਮਾਹੌਲ ਨਾ ਬਣਿਆ। ਇੱਕ ਦਿਨ ਖਿਆਲ ਆਇਆ ਵੀ ਯਾਰ ਜਪਜੀ ਸਾਹਿਬ ਦੀ ਕਥਾ ਤਾਂ ਪੂਰੀ ਕਰ ਲਈਏ। ਪਰ ਜਦ ਮੈਂ ਕਹਿੰਦੀ ਉਹ ਕਾਪੀ, ਉਹ ਪੋਥੀ, ਉਹ ਕਾਗਜ਼ ਚੱਕੇ ਜਿਨ੍ਹਾਂ ਉੱਤੇ ਲਿਖਿਆ ਸੀ ਪਹਿਲਾਂ ਕੁਛ, ਜਦ ਉਹਨਾਂ ਨੂੰ ਪੜ੍ਹਨਾ ਕੀਤਾ ਤੇ ਖੁਦ ਨੂੰ ਵੀ ਕਹਿਣ ਲੱਗੇ ਤਾਂ ਅਰਥ ਬਹੁਤ ਅਧੂਰੇ ਲਿਖੇ ਆ। ਭਾਵ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਪੂਰਾ ਕਹਿ ਦਿੱਤਾ ਹੈ। ਖੁਦ ਗੁਰੂਆਂ ਨੇ ਵੀ ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਤੇ ਦੱਸਣਾ ਕੀਤਾ ਕਿ ਉਸ ਨੂੰ ਪੂਰਾ ਨਹੀਂ ਕਿਹਾ ਜਾ ਸਕਦਾ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ ਦੇ ਮਹਾਵਾਕ ਅਨੁਸਾਰ। ਸਿੱਧ ਕਹਿੰਦੇ ਜੀ ਮੈਂ ਕਹਾਂ, ਕਹਿੰਦੇ ਤੂੰ ਕਹਿ ਨਹੀਂ ਸਕੇਗਾ, ਕਹਿ ਕੇ ਦੇਖ। ਪਾਤਸ਼ਾਹ ਜੀ ਕਹਿੰਦੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਫਿਰ ਸਿੱਧਾ ਨੇ ਪੁੱਛਿਆ ਮਹਾਰਾਜ ਐਸੇ ਸਰਮਖੰਡੀਆਂ ਦੀ, ਐਸੇ ਉਪਾਸ਼ਕਾਂ ਭਗਤਾਂ ਦੀ ਸੰਗਤ ਕਰਨ ਦਾ ਦੂਸਰੇ ਜਗਿਆਸੀਆਂ ਨੂੰ ਕੀ ਫਾਇਦਾ ਮਿਲਦਾ ਹੈ? ਕਹਿੰਦੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹ ਵੀ ਘੜੇ ਜਾਂਦੇ ਆ। ਉਹਨਾਂ ਦੀ ਸੰਗਤ ਵਿੱਚ ਬੈਠ ਕਰਕੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉਹਨਾਂ ਸਰਮਖੰਡੀਆਂ ਦੀ, ਉਹਨਾਂ ਭਗਤਾਂ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਸਾਡਾ ਵੀ ਚਿੱਤ ਮਤ ਮਦ ਭਾਵ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਮਨ ਤੇ ਬੁੱਧੀ ਘੜੇ ਜਾਂਦੇ ਹੈ। ਸਾਡਾ ਅੰਤਸ਼ਕਰਨ ਸਾਫ਼ ਹੋ ਜਾਂਦਾ ਹੈ, ਸੁਰਤ ਘੜੀ ਜਾਂਦੀ ਹੈ। ਸੁਰਤ ਅਤੇ ਚਿੱਤ ਵਿੱਚੋਂ ਚਿਤਵਣੀ ਮਿਟ ਜਾਂਦੀ ਆ। ਦਿਮਾਗ ਦੇ ਵਿੱਚੋਂ ਹੰਕਾਰ ਨਿਕਲ ਜਾਂਦਾ ਹੈ, ਜਿਸ ਨੂੰ ਬੰਦਾ ਸੋਚਦਾ ਕਿ ਮੇਰੇ ਵਰਗਾ ਕੋਈ ਗਿਆਨੀ ਨਹੀਂ ਹੈ। ਪਰ ਬ੍ਰਹਮ ਗਿਆਨੀਆਂ ਦੀ ਸੰਗਤ ਵਿੱਚ ਬੈਠ ਕੇ ਪਤਾ ਲੱਗਦਾ ਕਿ ਤੂੰ ਕੁਛ ਵੀ ਨਹੀਂ ਹਲੇ। ਤੂੰ ਮਨ ਦੇ ਸੰਕਲਪ ਵਿਕਲਪ ਮਿਟ ਜਾਂਦੇ ਹੈ। ਬੁੱਧੀ ਆਤਮਾ ਜਿਹੜੀ ਹੈ ਵਿਸ਼ੈਨੀ ਹੋ ਜਾਂਦੀ ਹੈ, ਭਾਵ ਵਿਸ਼ ਰਹਿਤ ਹੋ ਜਾਂਦੀ ਆ। ਵਿਕਾਰਾਂ ਤੋਂ ਉੱਚੀ ਉੱਠ ਜਾਂਦੀ ਹੈ। ਇਹ ਸਰਮਖੰਡ ਜਾਂ ਭਗਤੀ ਕਰਨ ਵਾਲਿਆਂ ਦੀ ਅਵਸਥਾ, ਜਿਵੇਂ ਸਰਮਖੰਡੀ ਦੀ ਸੁਰਤ ਚਿੱਤ ਮਤ ਹੰਕਾਰ ਰਹਿਤ ਹੋ ਜਾਂਦਾ ਹੈ। ਮਨ ਤੇ ਬੁੱਧੀ ਵਿੱਚ ਅੰਤਸ਼ਕਰਨ ਦੀ ਘਾਟ ਘੜੀ ਜਾਂਦੀ ਹੈ।
ਅੰਤਸ਼ਕਰਨ ਸੁੱਧ ਹੋ ਜਾਂਦਾ ਹੈ। ਹੋਰ ਕੀ ਹੁੰਦਾ ਹੈ ਉੱਥੇ? ਤਿੱਥਾ ਘੜੀਆ ਸੁਰਾ ਸਿੱਧਾਂ ਕੀ ਸੁੱਧ। ਉੱਥੇ ਦੇਵਤਿਆਂ ਵਰਗੀ ਸੁੱਧ ਪਵਿੱਤਰਤਾ ਆ ਜਾਂਦੀ ਹੈ, ਸਮਝ ਘੜੀ ਜਾਂਦੀ ਹੈ। ਜਿੱਥੇ ਉਹਨਾਂ ਸਰਮਖੰਡੀਆਂ ਦੀ ਸੰਗਤ ਕਰਕੇ ਜਗਿਆਸੂਆਂ ਦੀ ਦੇਵਤਿਆਂ ਤੇ ਸਿੱਧਾਂ ਵਰਗੀ ਬੁੱਧੀ ਬਣ ਜਾਂਦੀ ਆ। ਸਿੱਧੋ ਉੱਥੇ ਉਸ ਅਵਸਥਾ ਵਿੱਚ ਉਹਨਾਂ ਦੀ ਸੰਗਤ ਵਿੱਚ ਜੋ ਮਨ ਦੀ ਸ਼ੁੱਧੀ ਭਾਵ ਪਵਿੱਤਰਤਾ ਘੜੀ ਜਾਂਦੀ ਹੈ, ਉਸ ਦੇ ਮੁਕਾਬਲੇ ਦੇਵਤਿਆਂ ਦੀ ਪਵਿੱਤਰਤਾ ਕੁਝ ਵੀ ਨਹੀਂ ਹੈ, ਭਾਵ ਇਹਨਾਂ ਤੋਂ ਵੀ ਉੱਚੇ ਟੱਪ ਜਾਂਦੇ ਹਨ। ਇਸੀ ਸਰਮਖੰਡ ਦੀ ਮਹਿਮਾ ਉਪਾਸਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਦੇ ਨਾਲ ਗੱਲਾਂ ਕਰਦੇ ਹੋਏ ਕਹਿ ਰਹੇ ਹਨ, ਐਸੀ ਹੈ ਸਰਮਖੰਡ ਦੀ ਅਵਸਥਾ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀ ਹੈ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿੱਛੇ ਪਛਤਾਏ। ਤੋ ਇਸ ਪੌੜੀ ਦਾ ਜੋ ਮੇਨ ਭਾਵ ਹੈ 36ਵੀਂ ਪੌੜੀ ਦਾ, ਗਿਆਨ ਖੰਡ ਵਿੱਚ ਪਹੁੰਚ ਕੇ ਗਿਆਨ ਪ੍ਰਾਪਤ ਹੁੰਦਾ ਹੈ। ਸਿਮਰਨ ਸਰਵਣ ਦਰਸ਼ਨਾਂ ਦਾ ਕਰੋੜਾਂ ਗੁਣਾ ਆਨੰਦ ਪ੍ਰਾਪਤ ਹੁੰਦਾ ਹੈ। ਸਰਮਖੰਡ ਵਿੱਚ ਪਹੁੰਚ ਕੇ ਮੁਖ ਵਿੱਚੋਂ ਜੋ ਬਾਣੀ ਨਿਕਲਦੀ ਹੈ ਉਹ ਜਗਿਆਸੂਆਂ ਦੇ ਚਿੱਤ ਨੂੰ ਸ਼ੁੱਧ ਕਰਨ ਵਾਲੀ ਹੁੰਦੀ ਹੈ। ਨਿਜ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਆ, ਦੂਸਰਿਆਂ ਨੂੰ ਕਰਾਉਣ ਦੇ ਯੋਗ ਹੋ ਜਾਂਦਾ। ਸਿੱਧੋ ਫੇਰ ਵੀ ਮੈਂ ਪੂਰਾ ਨਹੀਂ ਕਹਿ ਸਕਦਾ ਉਹਨਾਂ ਦੀ ਅਵਸਥਾ ਨੂੰ। ਜੇ ਕੋਈ ਕਹੇ ਮੈਂ ਕਹਿ ਸਕਦਾ ਤੇ ਉਹ ਵੀ ਕਹਿ ਨਹੀਂ ਸਕੇਗਾ, ਪਿੱਛੋਂ ਪਛਤਾਉਣਾ ਪਵੇਗਾ। ਤਿਨਾਂ ਦੀ ਸੰਗਤ ਵਿੱਚ ਸੁੱਤ ਚਿੱਤ ਮਤ ਅੰਤਸ਼ਕਰਨ ਜਿਹੜਾ ਹੈ ਹੰਕਾਰ ਤੋਂ ਰਹਿਤ ਹੋ ਕੇ ਨਵੇਂ ਸਿਰਿਓਂ ਘੜਿਆ ਜਾਂਦਾ ਹੈ। ਇਹ ਸੀ ਸਰਮਖੰਡ ਕੀ ਬਾਣੀ ਦੀ ਗੱਲ। ਅਗਲੀ ਪੌੜੀ ਆਉਂਦੀ ਹੈ ਕਰਮਖੰਡ ਦੀ। ਕਰਮਖੰਡ ਦੇ ਵਿੱਚ ਕੀ ਹੁੰਦਾ ਹੈ ਇਹ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਵੱਧ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।